अम्य दृष्ट शुभ करै, हरै अग पाप सकल मल। काम क्रोध अर लोभ मोह, वस करै सभै बल। सदा सुख मन वसै, दुख संसारै खोवै। गुर नवनित दरियाओ, जन्म हम कालख धोवै। कलयुग के अवतार नाम के बोहित, जहरा जूर हाजरा हजूर जागत जो तक चवर दे मालिक साहिब श्री गुरु ग्रंथ साहिब जी हो, आप जी को दंडौत बंधन अनेक बार। गुरु पातशाह जी की ग्रह सुख गुरु प्यारी साध संगत जी फतेह प्रवान करो। वाहिगुरु जी का खालसा, वाहिगुरु जी की फतेह। हुणे आप जी भाई सुखविंदर सिंह जी होरां कोलों प्रहलाद भगत की इतिहासिक कथा सरवण कर रहे सो। प्रहलाद भगत जो प्रभु के रंग दे विच रंगिया और सानू भी उस प्रभु के चरणों के नाल जुड़न की ताकीद करके गए। इसे तरीके गुरु साहिब पातशाह साहिब श्री गुरु अर्जन पातशाह जी हो, आज जो समा जा रहा है चेत का, सानू भी कुछ अजिहा ही उपदेश इस महीने के नाल जुड़ के कर रहे हैं। इस महीने के प्रथाएं उन्होंने की उपदेश है, उस तो पहलों आप एक गल साझी कर लीए। आप सबनों शायद पता ही है कि इस महीने तो खालसाई नवा साल शुरू होता है। 554वां साल नानकशाही शुरू होया है। असल दे विच सिख पंथियां का इहो ही नवा साल मनाउणा बनता है। जिहड़ा आपां पहलों मनाउंदे आ, आपां अंग्रेजी सभ्यता तो प्रभावित हो के वो साल की मनौत करते हैं, जिहड़ा जनवरी तो शुरू होता है। लेकिन सानू चेत का महीना जो पहली चेत इस बारी 14 मार्च वाले दिन आई सी, तकरीबन इहो ही दिनों के ही आती है पहली चेत। इस दिन आप मनाया करिए और अपने बच्चों को भी इस दे नाल जोड़िया करिए, ताकि उन्होंने भी साडी रिवायतों का और साडी असल जो मनौत है उसका पता लग सके। जे आप ही ना दसे अपने बच्चों को, तो वो इस विरासत को अगे किवें लैके जाणगे, मुश्किल हो जाएगा। सो चेत महीने के विच साहिब श्री गुरु अर्जन पातशाह जी 12 माह मार्च के विच विख्यान करते हैं। महाराज कहते चेत गोबिंद आराधी है, होवे आनंद घना। चेत गोबिंद आराधी, इस दे आपां दो अर्थ ले सकते हैं जी। एक ते चेत दे विच गोबिंद प्रभु परमात्मा परमेश्वर की आराधना करो, ताजो आप जी को आनंद प्राप्त हो सके। और वो आनंद भी कैसा, घना आनंद। महाराज ने केवल आनंद नहीं लिखिया, होवे आनंद घना। देखो एक चेत का महीना ऐसा है
ਇਸ ਦੇ ਵਿੱਚ ਬਹੁਤੀ ਠੰਡ ਨਾ ਬਹੁਤੀ ਗਰਮੀ, ਸੁਖਾਵਾਂ ਮੌਸਮ ਹੁੰਦਾ ਹੈ। ਔਰ ਸੁਖਾਵੇਂ ਮੌਸਮ ਦੇ ਵਿੱਚ ਜਦੋਂ ਆਪਾਂ ਪ੍ਰਭੂ ਦੀ ਆਰਾਧਨਾ ਕਰਦੇ ਹਾਂ ਤਾਂ ਮਨ ਦਾ ਟਿਕਾਓ ਬਣਨ ਦੇ ਬਹੁਤ ਜ਼ਿਆਦਾ ਆਸਾਰ ਪੈਦਾ ਹੁੰਦੇ। ਦੂਜੇ ਪਾਸੇ ਆਪਾਂ ਜੇ ਇਸ ਤੁਕ ਦਾ ਇਹ ਵੀ ਅਰਥ ਕਰ ਲਈਏ, ਚੇਤ ਗੋਬਿੰਦ ਆਰਾਧੀਏ, ਉਸ ਪ੍ਰਭੂ ਦੀ ਆਰਾਧਨਾ ਕਰਕੇ ਉਸ ਨੂੰ ਚੇਤੇ ਵਿੱਚ ਵਸਾ ਲੈਣਾ। ਚੇਤ ਯਾਦ, ਇੱਥੇ ਇਹ ਅਰਥ ਵੀ ਜੇ ਆਪਾਂ ਲੈ ਲਈਏ ਤਾਂ ਵੀ ਗਲਤ ਨਹੀਂ ਕਿ ਉਸ ਪ੍ਰਭੂ ਨੂੰ ਜਦੋਂ ਅਸੀਂ ਆਰਾਧਨਾ ਕਰੀਏ ਤਾਂ ਉਹ ਸਾਡੇ ਚੇਤੇ ਵਿੱਚ ਵਸ ਜੇ, ਔਰ ਚੇਤੇ ਵਿੱਚ ਐਸਾ ਵਸੇ ਜਿਵੇਂ ਆਪਾਂ ਇਹ ਕਹਿ ਦਿੰਦੇ ਹਾਂ ਇਸ ਬੰਦੇ ਦੇ ਤਾਂ ਫਲਾਣੀ ਗੱਲ ਜਾਂ ਫਲਾਣੀ ਚੀਜ਼ ਇਹਦੇ ਖੂਨ 'ਚ ਵਸ ਗਈ ਹੈ, ਇਹ ਉਵੇਂ ਹੀ ਵਿਚਰਦਾ ਹੈ। ਉਸ ਹੱਦ ਤੱਕ ਵਸੋਂ ਹੋ ਜਾਣੀ ਸਰੀਰ ਦੇ ਵਿੱਚ ਨਾਮ ਦੀ, ਉਸ ਪ੍ਰਭੂ ਦੀ, ਕਿ ਉਹ ਚੇਤੇ ਵਿੱਚ ਕਦੇ ਭੁੱਲੇ ਹੀ ਨਾ, ਔਰ ਉਹ ਫਿਰ ਆਨੰਦ ਹੋ ਬਣਦਾ ਹੈ। ਆਨੰਦ ਕਿਉਂ ਹੋ ਬਣਦਾ ਹੈ ਜੀ? ਉਹ ਇਸ ਕਰਕੇ ਆਨੰਦ ਹੋ ਬਣਦਾ ਹੈ ਜਦੋਂ ਪ੍ਰਭੂ ਦਾ ਸਦਾ ਚੇਤਾ ਰਹੇਗਾ, ਸਦਾ ਹੀ ਪ੍ਰਭੂ ਦੀ ਯਾਦ ਰਹੇਗੀ, ਤਾਂ ਸਹਿਜੇ ਹੀ ਆਪਣੇ ਆਪ ਜਿਹੜੇ ਵਿਕਾਰ ਨੇ ਉਹਨਾਂ ਤੋਂ ਛੁਟਕਾਰਾ ਹੁੰਦਾ ਜਾਏ। ਜਦੋਂ ਇਸ ਭਾਂਡੇ ਵਿੱਚੋਂ ਵਿਕਾਰ ਨਿਕਲਣੇ ਸ਼ੁਰੂ ਹੋ ਗਏ, ਸਿਰਫ ਤੇ ਸਿਰਫ ਪ੍ਰਭੂ ਦੀ ਯਾਦ ਹੈ, ਤਾਂ ਉਹ ਆਨੰਦ ਹੀ ਹੈ। ਔਰ ਉਹ ਆਨੰਦ ਵੀ ਕੈਸਾ, ਜਿਹੜਾ ਭੁੱਖ ਨਹੀਂ ਲੱਗਣ ਦਿੰਦਾ, ਪਿਆਸ ਨਹੀਂ ਲੱਗਣ ਦਿੰਦਾ, ਗਰਮੀ ਨਹੀਂ ਮਹਿਸੂਸ ਹੋਣ ਦਿੰਦਾ, ਸਰਦੀ ਨਹੀਂ ਮਹਿਸੂਸ ਹੋਣ ਦਿੰਦਾ, ਜਿਵੇਂ ਚੇਤ ਦਾ ਮਹੀਨਾ ਹੈ। ਚੇਤ ਦੇ ਮਹੀਨੇ ਦੇ ਵਿੱਚ ਨਾ ਗਰਮੀ ਹੈ ਨਾ ਸਰਦੀ ਹੈ, ਬਹੁਤੀ ਭੁੱਖ ਵੀ ਨਹੀਂ ਲੱਗੇਗੀ ਤੁਹਾਨੂੰ ਤੇ ਪਿਆਸ ਵੀ ਜ਼ਿਆਦਾ ਨਹੀਂ ਤੜਫਾਏਗੀ। ਇਹ ਚੇਤ ਦਾ ਮਹੀਨਾ। ਅੱਗੇ ਮਹਾਰਾਜ ਕੀ ਕਹਿੰਦੇ ਨੇ, ਪਾਤਸ਼ਾਹ ਵਰਣਨ ਕਰਦੇ ਨੇ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਜਿਹੜੇ ਸੰਤ ਜਨ ਪ੍ਰਭੂ ਦੇ ਨਾਲ ਮਿਲੇ ਹੋਏ, ਪ੍ਰਭੂ ਦੇ ਰਸੀਏ ਨੇ, ਜੇ ਉਹਨਾਂ ਦੇ ਨਾਲ ਬੈਠ ਕੇ ਮਿਲ ਕੇ ਆਪਾਂ ਇਹ ਆਰਾਧਨਾ ਕਰੀਏ ਨਾ ਜੀ, ਔਰ ਆਪਣੀ ਰਸਨਾ ਤੋਂ ਉਹਦਾ ਨਾਮ ਜਪੀਏ, ਤਾਂ ਇੱਕ ਵੱਖਰਾ ਆਨੰਦ ਹੋ ਗੁਜ਼ਰਦਾ ਹੈ। ਉਹ ਆਨੰਦ ਜਲਦੀ ਪ੍ਰਾਪਤ ਹੁੰਦਾ ਹੈ। ਆਪਾਂ ਅਰਦਾਸ ਵੀ ਨਿਤ ਕਰਦੇ ਆ ਨਾ ਜੀ, ਸਹੀ ਪਿਆਰੇ ਮੇਲੀ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ। ਕਿਉਂ ਕਰਦੇ? ਇਸੇ ਕਰਕੇ ਅਰਦਾਸ ਕਰਦੇ ਆ ਕਿਉਂਕਿ ਉਹਨਾਂ ਦੇ ਮਿਲਣ ਦੇ ਨਾਲ ਉਹਦੀ ਯਾਦ ਆਵੇ। ਉਹ ਹੋਰ ਸੰਤ ਜਨ ਹੋਰ ਕੋਈ ਗੱਲ ਨਹੀਂ ਕਰਨਗੇ, ਪ੍ਰਭੂ ਦੀ ਗੱਲ ਕਰਨਗੇ, ਪ੍ਰਭੂ ਨੂੰ ਤੁਹਾਨੂੰ ਚੇਤੇ ਕਰਾਉਣਗੇ, ਆਪ ਚੇਤੇ ਕਰਨਗੇ। ਔਰ ਜਦੋਂ ਇਹ ਮਿਲ ਬੈਠ ਕੇ ਚੇਤਨਾ ਕਰਦੇ ਨੇ ਤਾਂ ਇੱਕ ਔਰਾ ਵਾਈਬ੍ਰੇਸ਼ਨ ਐਸੀ ਕ੍ਰੀਏਟ ਹੁੰਦੀ ਹੈ ਕਿ ਸਾਡੀਆਂ ਮਨ ਬਿਰਤੀਆਂ ਖਿੰਡਣ ਤੋਂ ਬਚ ਜਾਂਦੀਆਂ ਨੇ। ਸਾਵਧਾਨ ਇਕਾਗਰ ਚਿੱਤ ਅਸੀਂ ਹੋ ਤੁਰਦੇ ਹਾਂ, ਔਰ ਉਹ ਜੋ ਨਾਮ ਜਪਿਆ ਗਿਆ ਰਸਨਾ ਤੋਂ ਉਹ ਸਕਾਰਥ ਹੋ ਜਾਏਗਾ। ਮਨ ਵਿਖੜਦਾ ਨਹੀਂ। ਜਿਨੀ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਜਪ ਕੇ ਪ੍ਰਭੂ ਨੂੰ ਪਾ ਲਿਆ,
ਉਹਨਾਂ ਦਾ ਹੀ ਇਸ ਸੰਸਾਰ ਤੇ ਆਇਆ ਜਾਣੋ, ਉਹਨਾਂ ਦਾ ਹੀ ਇੱਥੇ ਆਇਆਂ ਦਾ ਸਕਾਰਤ ਹੈ। ਜਿਹੜੇ ਪ੍ਰਭੂ ਦਾ ਨਾਮ ਜਪਦੇ ਨੇ, ਜਪਾਉਂਦੇ ਨੇ, ਉਹਦੇ ਵਿੱਚ ਵਿਲੀਨ ਹੋਣ ਤੱਕ ਜਾਂਦੇ ਨੇ। ਆਪਾਂ ਆਪਣੀ ਪੜਚੋਲ ਕਰ ਲਈਏ ਕਿ ਆਪਾਂ ਕਿੱਥੇ ਖੜੇ ਹਾਂ। ਕੀ ਅਸੀਂ ਇਸ ਵਿਧ ਦੇ ਨੇੜੇ ਤੇੜੇ ਹਾਂ? ਸੱਚ ਜਾਣਿਓ, ਕਈ ਵਾਰੀ ਖੁਦ ਨੂੰ ਸ਼ਰਮ ਆਉਂਦੀ ਹੈ ਕਿਹੜੇ ਰਾਹ ਤੇ ਆਪਾਂ ਲੱਗੇ ਆ। ਇਕੱਤਰ ਕੀ ਕਰਨ ਆਏ ਸੀ, ਕਰ ਕੀ ਰਹੇ? ਅੱਜ ਸਵੇਰੇ ਹੀ ਮਹਾਰਾਜ ਨੇ ਬੜੇ ਚਾਬੁਕ ਮਾਰੇ ਨੇ ਹੁਕਮ ਦੇ ਵਿੱਚ। ਮਹਾਰਾਜ ਕਹਿੰਦੇ ਕਾਚਾ ਧਨ ਸੰਚੈ ਮੂਰਖਾ ਵਾਰਜ ਤੜਕੇ। ਉਹ ਮੂਰਖਾ ਕੱਚਾ ਧਨ ਇਕੱਠਾ ਕਰੀ ਜਾਂਦਾ। ਅੱਜ ਦਾ ਸਵੇਰ ਦਾ ਮੁੱਖ ਵਾਕ ਧਨ ਕਿਹੜਾ ਇਕੱਠਾ ਕਰਨਾ ਸੀ, ਤੂੰ ਕਰ ਕੀ ਰਿਹਾ? ਅਸੀਂ ਆਪਣੀ ਸਾਰੀ ਜ਼ਿੰਦਗੀ ਇੱਕ ਕੱਚੇ ਧਨ ਦੇ ਵਿੱਚ, ਜਿਹਨੂੰ ਆਪਾਂ ਦੌਲਤ, ਪੈਸਾ, ਕੋਠੀਆਂ, ਮਹਿਲ, ਮਾੜੀਆਂ ਕਹਿੰਦੇ ਆ, ਇਸੇ ਵਿੱਚ ਬਤੀਤ ਕਰ ਦਿੰਦੇ ਆ। ਇਸ ਨੂੰ ਇਕੱਤਰ ਕਰਨ ਦੇ ਵਿੱਚ ਹੀ ਬਤੀਤ ਕਰ ਦਿੰਦੇ। ਉਹ ਮਹਾਰਾਜ ਕਹਿੰਦੇ ਇਹ ਤਾਂ ਮੈਂ ਤੈਨੂੰ ਦੇਣਾ ਹੀ ਸੀ, ਇਹ ਤਾਂ ਤੇਰੇ ਕਰਮਾਂ 'ਚ ਸੀ। ਕਿਉਂ ਵਿੜ ਕਰਮਾਂ ਕੀ ਛਪਾਈ ਹੈ, ਨਾ ਹੀ ਕਰਮਾਂ ਤੋਂ ਬਿਨਾਂ ਤਾਂ ਕੁਝ ਮਿਲਦਾ ਹੀ ਨਹੀਂ ਕਿਸੇ ਨੂੰ। ਔਰ ਜੋ ਕਰਮਾਂ ਦੇ ਵਿੱਚ ਤੂੰ ਪਿੱਛੇ ਕਮਾ ਕੇ ਆਇਆ, ਉਹ ਮਿਲਣ ਤੋਂ ਰਹਿ ਨਹੀਂ ਸਕਦਾ। ਇਹ ਤੂੰ ਕਿਹੜੇ ਕਫੱਕੜ 'ਚ ਲੱਗ ਗਿਆ? ਲੱਗਾ ਕਿਤ ਕਫੱਕੜੇ ਸਭ ਮੁਕਦੀ ਚੱਲੀ ਰਹਿਣ। ਸਮਾਂ ਖਤਮ ਹੋ ਰਿਹਾ, ਬਤੀਤ ਹੋ ਰਿਹਾ। ਤੂੰ ਕਰਨਾ ਕੀ ਸੀ? ਕਰਨਾ ਤਾਂ ਚੇਤਨਾ ਸੀ, ਆਰਾਧਨਾ ਸੀ। ਤੂੰ ਕੱਚਾ ਧਨ ਸੰਚਣ ਲੱਗ ਗਿਆ। ਸੋ ਮਹਾਰਾਜ ਅੱਗੇ ਕਹਿੰਦੇ ਨੇ, ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਮਹਾਰਾਜ ਕਹਿੰਦੇ ਇੱਕ ਖਿਨ, ਇੱਕ ਪਲ, ਖਿੰਡ ਪਲ ਚਸਾ। ਪਲ ਆਪਾਂ ਇਹ ਕਹਿ ਲਈਏ ਕਿ ਥੋੜਾ ਜਿਹਾ ਸੈਕਿੰਡ ਤੋਂ ਵੱਡਾ ਹੁੰਦਾ ਹੈ। ਖਿੰਡ ਜਿਹੜਾ ਹੈਗਾ ਉਹ ਸਕਿੰਟ ਤੋਂ ਵੀ ਛੋਟਾ ਹੈ। ਇੱਕ ਸੈਕਿੰਡ ਤੋਂ ਵੀ ਜਿਹੜੇ ਥੋੜੇ ਸਮੇਂ ਲਈ ਤੇਰੀ ਚੇਤਨਾ, ਤੇਰਾ ਨਾਮ ਤੂੰ ਵਿਸਰ ਜਾਏ, ਮੇਰਾ ਤਾਂ ਜਨਮ ਹੀ ਕਰ ਦਿੱਤਾ। ਆਪਾਂ ਕਿੰਨੇ ਖਿਣ ਗਵਾ ਚੁੱਕੇ ਹਾਂ, ਕਿੰਨੇ ਪਲ ਗਵਾ ਚੁੱਕੇ ਹਾਂ, ਕਿੰਨੇ ਸਾਲ ਗਵਾ ਚੁੱਕੇ ਹਾਂ। ਕਦੇ ਆਪਾਂ ਬੈਠ ਕੇ ਇਹ ਵੀ ਵਿਸ਼ਲੇਸ਼ਣ ਕਰੀਏ ਕਿ ਅਸੀਂ ਆਏ ਸੀ ਇਸ ਜਹਾਨ ਤੇ ਸਵਾਸਾਂ ਦੀ ਪੂੰਜੀ ਲੈ ਕੇ ਕਿੰਨੀ ਕੁ ਰਹਿ ਗਈ ਹੋਣੀ ਹੈ? ਮਹਿਲ ਮਾੜੀਆਂ ਇਕੱਤਰ ਕਰਦੇ ਆ, ਪੁੱਤ ਧੀ ਪਾਲਦੇ ਆ। ਅਸੀਂ ਸਾਰਾ ਹੀ ਸਮਾਂ ਇਹਨਾਂ ਚੀਜ਼ਾਂ 'ਚ ਬਤੀਤ ਕਰਤਾ ਜਿਸ ਨੂੰ ਮਹਾਰਾਜ ਨੇ ਕੱਚਾ ਧਨ ਆਖਿਆ। ਔਰ ਜਿਸ ਦੇ ਨਾਲ ਜੁੜਨਾ ਸੀ, ਜਿਸ ਨੂੰ ਆਰਾਧਨਾ ਸੀ, ਜਿਸ ਨੂੰ ਚੇਤ ਵਾਂਗ ਚੇਤੇ ਵਿੱਚ ਰੱਖਣਾ ਸੀ, ਉਹ ਅਸੀਂ ਛੱਡ। ਫਿਰ ਇਸ ਤੋਂ ਬਾਅਦ ਵੀ ਆਪਾਂ ਇੱਕ ਬਹੁਤ ਵੱਡਾ ਗੁਨਾਹ ਕਰਦੇ ਹਾਂ ਕਿ ਆਪ ਤਾਂ ਅਸੀਂ ਆਪਣੇ ਜੀਵਨ ਦਾ ਜੋ ਕੀਤਾ ਸੋ ਕੀਤਾ। ਘਾਣ ਤਾਂ ਅਸੀਂ ਆਪਣੇ ਜੀਵਨ ਦਾ ਕਰ ਲਿਆ, ਕਿ ਅਸੀਂ ਆਪਣੇ ਬੱਚਿਆਂ ਦਾ ਵੀ ਘਾਣ ਨਹੀਂ ਕਰ ਰਹੇ। ਉਹਨਾਂ ਦੇ ਜੀਵਨ ਨੂੰ ਅਸੀਂ ਮਾਤਾ ਪਿਤਾ ਹੁੰਦੇ ਹੋਏ ਉਹਨਾਂ ਦੇ ਜੀਵਨ ਨੂੰ ਵੀ ਭੱਠੀ ਵਿੱਚ ਝੋਕ ਰਹੇ ਹਾਂ। ਉਹਨਾਂ ਨੂੰ ਵੀ ਇਹੀ ਤਾਲੀਮ ਦੇ ਰਹੇ ਹਾਂ ਵੀ ਤੂੰ ਪੜ੍ਹ ਲਿਖ ਤੇ ਪੜ੍ਹ ਲਿਖ ਕੇ ਪੈਸੇ ਕਮਾ, ਤੂੰ ਆਹ ਬਣ, ਤੂੰ ਉਹ ਬਣ। ਕੀ ਉਹ ਸ਼ਿਖਰ ਹੈ? ਸ਼ਿਖਰ ਤਾਂ ਕੁਝ ਹੋਰ ਸੀ।
ना मैं कहना ते ना ही महाराज कहते हैं कि पढ़ना नहीं चाहिए। लेकिन जिहड़ी असी असल पढ़ाई करनी है, जो सिख सीखनी है, महाराज ने सानू नाम दिता है सिख। कि असी वो सिख करे सीखण लई या अपने बच्चों नूं सिख सीखण लई प्रेरित कीता है। असी गुरुद्वारे आउंदे हां, गुरुद्वारियां नूं भी असी सिर्फ ते सिर्फ माफ करना, जिवें मंदिरां दे विच हालात ने ना, उही हालातां ते लाया। गुरुद्वारा साहब आए, मत्था टेकिया, परिक्रमा कीतिया, कड़ाह प्रसाद लिया ते काम हो गया। कि इस वास्ते गुरुद्वारे ने महाराज ने तो क्या सी, गुरुद्वारे होए सोची पाए सी। असी तो इत्थों सिख सीखनी सी। सिख भी की सीखनी सी? मारे कहते सो सिख सखा बंधप है भाई, जे गुर के भाणे विच आवे। असी अपने आप नूं, अपने बच्चों नूं ਇੱਥੇ ਲੈ ਕੇ ਆਉਣਾ ਸੀ ਗੁਰੂ ਦੇ ਕੋਲ, ਉਹਨੂੰ ਦੱਸਣਾ ਸੀ, ਆਪ ਪੜ੍ਹਨਾ ਸੀ ਗੁਰੂ ਕੀ ਕਹਿੰਦਾ, ਸਮਝਣਾ ਸੀ, ਫਿਰ ਉਹ ਸਮਝ ਦੇ ਮੁਤਾਬਿਕ ਸਮਾਜ ਦੇ ਵਿੱਚ ਚੱਲਣਾ ਸੀ। ਸੱਚ ਜਾਣਿਓ, ਜਿਹੜਾ ਬੱਚਾ ਗੁਰੂ ਦੀ ਪੜ੍ਹਾਈ ਜੋ ਪੜ੍ਹ ਕੇ ਸਮਾਜਿਕ ਪੜ੍ਹਾਈ ਪੜ੍ਹਦਾ ਹੈ ਨਾ ਜੀ, ਉਸ ਨੂੰ ਸਮਾਜਿਕ ਪੜ੍ਹਾਈ ਜ਼ਿਆਦਾ ਸਮਝ ਆਉਂਦੀ ਹੈ। ਕਿਉਂ? ਇੱਥੇ ਮਹਾਰਾਜ ਦੀ ਕਿਰਪਾ ਵੀ ਹੁੰਦੀ ਹੈ। ਕਿਰਪਾ ਹੁੰਦੀ ਹੈ। ਭੱਟਾਂ ਦੇ ਸਵਈਆਂ ਦੇ ਵਿੱਚ ਬਿਆਨ ਹੈ ਕਿ ਇਹ ਕੀ ਚੀਜ਼ ਹੈ, ਇਹ ਨਾਮ ਕੀ ਹੈ, ਇਹ ਜੋ ਬਾਣੀ ਪੜ੍ਹਦੇ ਆ ਇਹ ਕੀ ਹੈ। भट्ट साहबान कहते हैं ये औखद है, दवाई है। अरे दवाई असर किवें करती है? वो कहते औखद जंतर मंत्र तंत्र पर दुखा। देखो कितनी बड़ी दात है, इसको पढ़न का कितना लाभ है। ये कहते ये ऐसी दवाई है ਜਿਹੜੇ ਕਿੰਨੇ ਤਰੀਕਿਆਂ ਨਾਲ ਅਸਰ ਕਰਦੀ ਹੈ ਜੀ। ਮੰਤਰ, ਮੰਤਰ ਹੁੰਦਾ ਹੈ ਸਾਹਮਣੇ ਕੋਈ ਬੈਠਾ, ਮੈਂ ਇੱਥੇ ਬੈਠਾ ਤੇ ਉਸ ਦੇ ਮੰਤਰ ਪੜ੍ਹ ਕੇ ਉਸ ਦੇ ਉੱਤੇ ਕਲਿਆਣ ਉਹਦਾ ਕਰ ਸਕਦਾ। ਜੰਤਰ, ਜੰਤਰ ਹੁੰਦਾ ਹੈ ਜੀ ਹਥਿਆਰ ਕਹਿ ਲਓ, ਟੂਲ ਇੰਪਲੀਮੈਂਟ ਕਹਿ ਲਓ, ਸੰਦ ਕਹਿ ਲਓ, ਜਿਵੇਂ ਕਿਸਾਨੀ ਵਾਲੇ ਆਪਣੀ हल पंजाली सारा कुछ हो गया, ये जंतर। खुरपा हो गया, दाती हो गई, ये जंतर है। दूजे पासे जे कोई फौजी है तो उसकी बंदूक, उसकी तलवार, उसका जंतर है। फिर आ गया जी तंत्र। तुसी इत्थे बैठे हो, थोड़ा सगी साथी, थोड़ा धी पुत्र, उसको कोई तकलीफ है, अमेरिका के बैठा, तुसी इत्थे बैठे हो, उसका इलाज कर देने हो। इनू कहने तंत्र। और तुहानू की चाहिए? जंतर भी तुहानू इत्थों मिलता है, मंत्र भी तुहानू इत्थों मिलता है, तंत्र भी तुहानू इत्थों मिलता है। होर की चाहिए? होर जहान चो लेना की है और होर जहान दे विच रह की है। ਜਦੋਂ ਅਸੀਂ ਇਸ ਦੇ ਨਾਲ ਜੁੜਦੇ ਆ ਨਾ ਜੀ, ਮਹਾਰਾਜ ਨੇ ਤਾਂ ਬਖਸ਼ਿਸ਼ਾਂ ਕਰਦੇ ਰਹਿਣਾ ਬਿਨਾਂ ਤੁਹਾਨੂੰ ਪੁੱਛਿਆ, ਬਿਨਾਂ ਤੁਹਾਨੂੰ ਦੱਸਿਆ। ਲੇਕਿਨ ਇਹ ਜਿਹੜੀਆਂ ਦ੍ਰਿਸ਼ਟਮਾਨ ਦਾਤਾਂ, ਅਸੀਂ ਦਾਤਾਂ ਪਿੱਛੇ ਫਿਰਦੇ ਆ ਨਾ ਜੀ, ਜਦੋਂ ਅਸੀਂ ਇਹਦੇ ਨਾਲ ਜੁੜਦੇ ਆ ਤੇ ਦਾਤਾਂ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਆਪਣੇ ਆਪ ਤੇ ਪਛਤਾਵਾ ਆਉਂਦਾ ਕਿ ਅਸੀਂ ਇਤਨਾ ਸਮਾਂ गवाए। मुड़ विचार आइए जी 12 माह के चेत पे मारे कहने जल थल महियल पूरिया रविया बिच बना।
वो ऐसा प्रभु है, जल विच थल विच कण कण दे विच बणां दे विच जंगलां दे विच बेलियां दे विच हर जगह हर चीज दे विच वसिया होया। वो दूर नहीं है किते। जिवें धन्ने भगत ने उसका एक भरोसा ही सी ना जी, ना जानिए कि उसने पत्थर नूं पूजिया, उसने पत्थर नूं पूजिया नहीं, लेकिन उसका पूर्वला इतना उच्चा सी कि उसने वो पंडित दी, वो ब्राह्मण की गल उसके मन लग गई कि ये पत्थर विच रब हैगा, और उसने प्रकट भी कर लिया। हुण एक होर विचार आती है कि जे हर जगह हर स्थान ते है तो गुरुद्वारे आके की करना है? देखो, एक कैमिकल रिएक्शन हुंदा है, कैमिकल रिएक्शन दे विच एक चीज़ पाई जाती है, एक अलग कैमिकल पाया जाता है जिसका दोनों एलीमेंट्स के नाल कोई मेल नहीं हुंदा, लेकिन उसनूं कहा जाता है कैटलिस्ट। कैटलिस्ट की करता है? कैटलिस्ट वो जिहड़ा रिएक्शन है उसनूं तेज कर देता है, होर कुछ नहीं करता। गुरु घरां दा भी इहो ही काम है। गुरु घर दे विच गुरसंगत है जो बाणी पढ़ती है, सूक्ष्म रूप दे विच इत्थे रूहां ने, और खास करके इस स्थान ते जिथे आपां बैठे हाँ, ਸਿੰਘਾਂ शहीदां दियां इत्थे पवित्र रूहां विचरदियां, और वो भी प्रभु का नाम लैके आनंद विच रहिंदियां ने। जदों आपां उन्हां दे नाल मिल बैठ के प्रभु की उस्तति विच जुड़दे हैं ना जी, तां साडा मन जिहड़ा काफ़ी देर बाद टिकना सी, वो बहुत छेती टिकदा, वो बड़े जल्दी विश्राम च आ जाता है, और सानू बहुता तशद्दद तरद्दद करने की लोड़ ही नहीं पैंदी। ये फायदा है इत्थे गुरुद्वारे गुरु घरां दे विच आउण दा। नाल दूजा फायदा, महाराज कहते सही प्यारे मेली जिन्हां मेलियां तेरा नाम चिते आवे, वो रसीए बहुत हुंदे ने इत्थे। ਉਹਨਾਂ ਨੂੰ देख के ਉਹਨਾਂ ਦੇ ਨਾਲ विचार करके ਉਹਨਾਂ ਦੀ विचार ਦੇ ਨਾਲ जुड़ के ਸਾਡੀਆਂ ਮੁਬਾਲਤਾਵਾਂ दूर ਹੁੰਦੀਆਂ ਨੇ, ਉਹ ਸਾਨੂੰ ਹੋਰ ਸੰਸਾਰ 'ਚ ਘੱਟ ਮਿਲਣਗੇ, ਇੱਥੇ ਬਹੁਤਾਤ ਦੇ ਵਿੱਚ ਮਿਲ ਸਕਦੇ। ਗੁਰੂ ਦੇ ਨਾਲ ਜੋੜਨ ਵਾਲੇ ਗੁਰਮੁਖ ਪਿਆਰੇ ਇੱਥੇ ਬਹੁਤ ਵਿਚਰਦੇ। महाराज कहते हैं सो प्रभ चितना आवे ही चितड़ा दुख गणा, जे अजिहा प्रभु चित ना है, कितना बड़ा दुख है ये एहसास नहीं कर सकते। ये संत जन दस सकते हैं कि असी कितने दुखी हाँ। सानू ये रोग लगे हुए ने जी, जिन्होंने आप सुख कहते हैं ना जी, ये माया के सानू रोग चिमड़े हुए हैं। ये रोगों का एहसास सानू संत जान नहीं करवा सकते। जिनी राविया सो प्रभु तिना भाग मना, बड़ा देसी लफ्ज महाराज ने वरते है, कहते जिन्होंने प्रभु नूं आराध लिया, ਉਹਨੂੰ ਗਾ ਲਿਆ, ਉਹਦੀ ਉਸਤਤੀ ਕਰ ਲਈ, ਉਹਨਾਂ ਦੇ ਭਾਗ ਮਣਾ ਮੂੰਹੀ ਵੱਡੇ ਭਾਗ ਨੇ। देखो सानू महाराज ने एक दात दी है, जिस दात का नाम है कीर्तन। कीर्तन का जे आपां अर्थ लईए, एक उस्तति है, किसी की उस्तत करनी, इसनूं कीर्तन कीर्ति कहा जाता है।
और इस दे दो रूप ने उस्तति दे, एक कीर्ति है तो दूजा है जी जस। जस हुंदा है किसी दे पिठ पिछे उसकी उस्तत करनी। जो चले गया तुहाडे मूँह तो अगे, तुहाडे नहीं है, तुहाडे सन्मुख नहीं है, तुसीं उसके दर्शन नहीं कर सकते, उसकी उस्तति करनी, उसनूं जस कहा जाता है, या हिंदी च उहनूं यश कहते हैं। लेकिन महाराज ने सानू कहा तू जस नहीं, तू उस्तति कर ते कीर्ति दे रूप दे विच कर। और कीर्ति का अर्थ की है? किसी के सन्मुख होकर उसकी उस्तति करना। जदों असीं सन्मुख होकर उसकी उस्तति करते हैं तो उहदे गुण साडे विच शमूलियत करनी शुरू कर देते हैं, और समुचे गुणां दा संग्रह ही परमात्मा है। जदों असीं उहदी उस्तति करांगे, उहदे शब्द गायन उहदे सन्मुख होके करांगे, एक एक करके उहदे गुण साडे विच आउंदे जाणगे। ਇਹ ਗੁਣਾਂ ਦੀ ਜਿਉਂ-ਜਿਉਂ ਸਾਡੇ ਸ਼ਮੂਲੀਅਤ ਹੁੰਦੀ ਜਾਏਗੀ, ਅਸੀਂ परमात्मा ਦੇ ਮਿਲਾਪ ਦੇ ਵਿੱਚ ਇੱਕ ਕਦਮ ਅੱਗੇ ਵਧਦੇ ਰਹਾਂਗੇ। अंत ਵਿੱਚ ਮਹਾਰਾਜ ਕੀ ਕਹਿੰਦੇ ਨੇ? ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਪਾਤਸ਼ਾਹ ਪੰਜਵੇਂ ਨਾਨਕ ਕਹਿੰਦੇ ਨੇ ਕਿ ਇਹ ਮਨ ਦੇ ਵਿੱਚ ਪਿਆਸ ਪੈਦਾ ਕਰੀਏ। ਕਿਹੜੀ? कि साडा मन उहदे दर्शनां नूं लोचदा रहे, उहदे दर्शनां दी तांग बनदी रहे। वो किवें बनेगी जी? साडे कर्म नहीं चंगे हुंदे, असीं गुरु तो दूर हुंदे हां। जबरदस्ती गुरुद्वारे आइए, जबरदस्ती अपने बच्चों नूं भेजिए गुरुद्वारे। पहला बद्धा चट्टी बिल्कुल ठीक है, बद्धा चट्टी आउणगे, अनमने मन दे नाल आवांगे। हौली 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 उसकी आदत बन जाएगी, उस तो बिना रेहा नहीं जाएगा। यही प्यास है, यही उहदी किरपा है। गुरसिख एक पैंडा जाए चल, सतगुर कोट पैंडा आगे हुए लेता। महाराज किरपा कर चेत मिलाए सो प्रभु तिसके पाए लगा। जेड़ा उसका चेता करवा के प्रभु का मिलाप करवा दे। चेता करना ही उसका राह है, उस प्रभु को मिलन का राह है। जो ये राह दस दवे, जो मेरी ये बाह फड़ लवे, जो महाराज कहने चल रे बैकुंठ तुझे लेता हूं। महाराज कहते ने ओदे मैं पैरी पै जा। सो इस तरीके दे नाल जी आपां अपनी प्यास, अपने बच्चों की प्यास उजागर करिए, बहुत जरूरी है। ताही इत्थे आया दा साडा जन्म सफल है। समय की समाप्ति है। खेमा का जाचक होवांगा जी, आप जी दे विच ना विचरदा होया फतेह अर्ज करदा। फतेह प्रवान करो। वाहिगुरू जी का खालसा, वाह।